ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਕੇਂਦਰ ਅਤੇ ਕਿਸਾਨਾਂ ਦੇ ਵਿਚਕਾਰ 7ਵੇਂ ਦੌਰ ਦੀ ਬੈਠਕ ਚੱਲ ਰਹੀ ਹੈ। ਇਸ ਬੈਠਕ ਦੇ ਵਿੱਚੋਂ ਅਹਿਮ ਖੁਲਾਸੇ ਹੋਣ ਦੀਆਂ ਉਮੀਦਾਂ ਨੇ। ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਨੇ। ਕੇਂਦਰੀ ਮੰਤਰੀਆਂ ਦੇ ਵੱਲੋਂ ਆਪਣੀਆਂ ਗੱਲਾਂ ਕਿਸਾਨਾਂ ਨੂੰ ਸਮਝਾਈਆਂ ਜਾ ਰਹੀਆਂ ਨੇ। ਕਿਸਾਨਾਂ ਤੇ ਸਰਕਾਰ ਦੇ ਵਿਚਕਾਰ ਫਿਲਹਾਲ ਤੱਕ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੀ ਖਬਰ ਸਾਹਮਣੇ ਨਹੀਂ ਆ ਰਹੀ ਹੈ। ਇਸ ਦੇ ਉੱਤੇ ਸਿੱਧਾ ਸੁਰਿੰਦਰ ਡੱਲਾ ਹੋਣਾ ਕੋਲ ਚੱਲਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਮੀਟਿੰਗ ਦੇ ਵਿੱਚ ਕੀ ਕੁਝ ਨਵਾਂ ਵਾਪਰ ਰਿਹਾ ਤੇ ਕਿਹੋ ਜਿਹੀਆਂ ਉਮੀਦਾਂ ਅੱਜ ਦੀ ਮੀਟਿੰਗ ਤੋਂ ਲਾਈਆਂ ਜਾ ਰਹੀਆਂ ਨੇ। ਡੱਲਾ ਜੀ, ਕਿੱਦਾਂ ਵੇਖ ਰਹੇ ਹੋ ਅੱਜ ਦੀ ਮੀਟਿੰਗ? देखो, ਅੱਜ ਦੀ ਮੀਟਿੰਗ ਗਗਨ ਬੜੀ ਇੰਪੋਰਟੈਂਟ ਹੈ। ਅੱਜ ਦੀ ਮੀਟਿੰਗ ਦਾ ਸਭ ਤੋਂ ਅਹਿਮ ਜਿਹੜਾ ਪੱਖ ਹੈ, ਮੈਂ ਇਹ ਕਹੂੰਗਾ, ਅਗਰ ਅੱਜ ਮੀਟਿੰਗ ਫੇਲ ਹੋ ਗਈ ਤੇ ਇਹ ਅੰਦੋਲਨ ਬਹੁਤ ਲੰਬਾ ਚਲਾ ਜਾਣਾ ਹੈ, ਕਿਉਂਕਿ ਕਿਸਾਨਾਂ ਦੀ ਬੱਸ ਹੋਈ ਪਈ ਹੈ। ਸਰਕਾਰ ਇੱਕ ਦਿਨ ਮੀਟਿੰਗ ਕਰਦੀ ਹੈ, ਫਿਰ 5-7 ਦਿਨ ਅੱਗੇ ਪਾ ਦਿੱਤੇ ਜਾਂਦੇ ਨੇ। ਤੁਸੀਂ ਦੇਖੋ, 40 ਦਿਨ ਹੋ ਗਏ ਇਸ ਅੰਦੋਲਨ ਨੂੰ ਸਿਰਫ ਦਿੱਲੀ 'ਚ। 40 ਦਿਨ ਗਗਨ ਦਿੱਲੀ 'ਚ, ਔਰ ਇਸ ਤੋਂ 2 ਮਹੀਨੇ ਪਹਿਲਾਂ ਪੰਜਾਬ 'ਚ ਸੜਕਾਂ ਤੇ ਪ੍ਰੋਟੈਸਟ ਕਰਦੇ ਰਹੇ ਕਿਸਾਨ, ਰੇਲਵੇ ਸਟੇਸ਼ਨਾਂ ਤੇ ਪ੍ਰੋਟੈਸਟ ਕਰਦੇ ਰਹੇ ਕਿਸਾਨ, ਔਰ ਕਦੀ ਵੀ ਕੇਂਦਰ ਦੀ ਸਰਕਾਰ ਨੇ ਸਾਰ ਨਹੀਂ ਲਈ ਵੀ ਪੰਜਾਬ 'ਚ 2 ਮਹੀਨਿਆਂ ਤੋਂ ਕਿਸਾਨ ਸਾਡੇ ਅੰਦੋਲਨ ਕਰੀ ਜਾਂਦੇ ਨੇ ਵੀ ਅਸੀਂ ਉਹਨਾਂ ਤੋਂ ਪੁੱਛੀਏ ਕਿ ਸਮੱਸਿਆ ਕੀ ਹੈ। ਔਰ ਉਸ ਵੇਲੇ ਕੇਂਦਰ ਸਰਕਾਰ ਨੂੰ ਗੱਲਬਾਤ ਕਰਨੀ ਪਈ ਜਦੋਂ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਤਾ। ਦੇਖੋ, ਅੱਜ ਵੀ ਹਰਿਆਣਾ ਦਾ ਗੁੜਗਾਉਂ ਹੈ, 15-16 ਕਿਲੋਮੀਟਰ ਬਾਹਰ ਗੁੜਗਾਉਂ ਕੋਲੇ ਫਿਰ ਅੱਜ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ। ਸਵੇਰੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਗਿਆ, ਕਿਸਾਨਾਂ ਨੂੰ ਨਹੀਂ ਪਹੁੰਚਣ ਦਿੱਤਾ ਗਿਆ। ਦਿੱਲੀ ਰਾਜਸਥਾਨ ਤੋਂ ਕਿਸਾਨ ਆ ਰਹੇ ਸੀ। ਇੱਕ ਤਰੀਕੇ ਨਾਲ ਜਿਹੜੇ ਹਰਿਆਣੇ ਦਾ ਮੁੱਖ ਮੰਤਰੀ ਹੈ ਮਨੋਹਰ ਲਾਲ ਖੱਟਰ, ਮੈਨੂੰ ਇਹ ਲੱਗਦਾ ਕਿ ਇਹ ਬਜ਼ੁਰਗ ਅੜਿੱਕਾ ਬਣਿਆ ਪਿਆ ਹੈ ਕਿਸਾਨਾਂ ਅਤੇ ਦਿੱਲੀ ਦੇ ਵਿਚਾਲੇ। ਔਰ ਹਰਿਆਣੇ ਦੀ ਪੁਲਿਸ ਨੂੰ ਆਰਡਰ ਕਰ ਰੱਖੇ ਨੇ ਮਨੋਹਰ ਲਾਲ ਖੱਟਰ ਨੇ ਕਿ ਅਸੀਂ ਕਿਸੇ ਵੀ ਕਿਸਾਨ ਨੂੰ ਦਿੱਲੀ ਨਹੀਂ ਜਾਣ ਦੇਣਾ। ਹੁਣ ਜਿਹਨੇ ਵੀ ਰਾਜਸਥਾਨ ਵਾਲੇ ਨੇ ਜਾਣਾ ਹੈ, ਪੰਜਾਬ ਵਾਲੇ ਨੇ ਜਾਣਾ ਹੈ ਤੇ ਹਰਿਆਣੇ 'ਚੋਂ ਲੰਘ ਕੇ ਜਾਣਾ ਹੈ। ਹਰਿਆਣੇ ਦੀ ਰਜਿਸਟਰੀ ਮਨੋਹਰ ਲਾਲ ਖੱਟਰ ਦੇ ਨਾਂ 'ਤੇ ਨਹੀਂ, ਭਾਰਤ ਦੀ ਜ਼ਮੀਨ ਦੇ ਉੱਤੇ ਹਰਿਆਣਾ ਬਣਿਆ ਹੋਇਆ। ਸੋ ਇਸ ਕਰਕੇ ਕਿਸਾਨਾਂ ਨੂੰ ਇਸ ਤਰੀਕੇ ਨਾਲ ਬਲਪੂਰਵਕ ਰੋਕਣਾ ਬਹੁਤ ਗਲਤ ਗੱਲ ਹੈ। ਔਰ ਜਿਹੜੀਆਂ ਮੈਨੂੰ ਇਹ ਲੱਗਦਾ ਅੱਜ ਦੀ ਮੀਟਿੰਗ ਅਸਫਲ ਹੋਣ ਤੋਂ ਬਾਅਦ, ਅਗਰ ਮੀਟਿੰਗ ਅੱਜ ਦੀ ਅਸਫਲ ਹੋ ਗਈ, ਕਿਸਾਨਾਂ ਨੂੰ ਨਾ ਸੰਤੁਸ਼ਟ ਕਰ ਸਕੀ ਸਰਕਾਰ, ਤੇ ਕਿਸਾਨਾਂ ਨੇ ਨਿਸ਼ਚਿਤ ਤੌਰ ਦੇ ਉੱਤੇ ਸੱਦਾ ਮਾਰਨਾ ਹੈ। ਜਿਹੜੇ ਕਿਸਾਨ ਰੋਕੇ ਗਏ, ਜਿਨ੍ਹਾਂ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਹਰਿਆਣਾ ਪਾਰ ਕਰਕੇ, ਔਰ ਟਰੈਕਟਰ ਰੈਲੀ ਜਿਹੜੀ 6 ਤਰੀਕ ਦੀ ਐਲਾਨ ਕੀਤਾ ਗਿਆ, ਇਹ ਬਹੁਤ ਭਰਵੀਂ ਟਰੈਕਟਰ ਰੈਲੀ ਕੱਢੀ ਜਾਣੀ ਹੈ। ਦੇਖੋ, ਇਹ ਸਾਰੇ ਲੋਕ ਜਿਨ੍ਹਾਂ ਨੂੰ ਰਾਤ ਵੀ ਨਹੀਂ ਆਉਣ ਦਿੱਤਾ ਗਿਆ ਗੁੜਗਾਉਂ ਤੋਂ, ਉਹ ਟਰੈਕਟਰਾਂ 'ਤੇ ਆ ਰਹੇ ਸੀ। ਸੋ ਕਿਸਾਨ ਕਿਤੇ ਨਾ ਕਿਤੇ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਬੁਰੀ ਤਰ੍ਹਾਂ ਨਾਲ ਚਿੰਤਤ ਹੈ, ਜ਼ਮੀਨ ਨੂੰ ਲੈ ਕੇ ਬੜੀ ਬੁਰੀ ਤਰ੍ਹਾਂ ਨਾਲ ਚਿੰਤਤ ਹੈ। ਔਰ ਸਰਕਾਰ 3 ਖੇਤੀ ਕਾਨੂੰਨਾਂ 'ਤੇ ਬਾਰ-ਬਾਰ ਕਹੀ ਜਾਂਦੀ ਹੈ ਇਹ ਕਾਨੂੰਨਾਂ ਦਾ ਫਾਇਦਾ ਬਹੁਤ ਹੈ, ਇਹ ਕਾਨੂੰਨਾਂ ਦਾ ਫਾਇਦਾ ਬਹੁਤ ਹੈ। ਕਿਸਾਨ ਭਰੋਸਾ ਕਿਉਂ ਕਰੇ ਗਗਨ? ਸਰਕਾਰ ਕਹਿੰਦੀ ਸੀ 2014 'ਚ ਅਸੀਂ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਲਾਗੂ ਕਰਾਂਗੇ। ਅੱਜ ਤੱਕ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਲਾਗੂ ਨਹੀਂ ਹੋਈਆਂ। ਇਹ ਕਿਸਾਨਾਂ ਨੂੰ ਕਨਫਿਊਜ਼ ਕਰਦੇ ਨੇ। ਕਨਫਿਊਜ਼ ਐਂਡ ਰੂਲ ਕਿਸਾਨਾਂ ਨੂੰ ਕੀ ਕਹਿੰਦੇ ਨੇ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਤਰਜ਼ ਦੇ ਉੱਤੇ ਕਿਸਾਨਾਂ ਨੂੰ ਫਾਇਦੇ ਦੇ ਰਹੇ ਹਾਂ, MSP ਦੇ ਰਹੇ ਹਾਂ। ਤਰਜ਼ ਨਹੀਂ ਚਾਹੀਦੀ ਹੈ, ਕੋਈ ਫਿਲਮੀ ਗਾਣਾ ਥੋੜ੍ਹੀ ਹੈ, ਇਹ ਕੋਈ ਪਾਕਿਸਤਾਨ ਦਾ ਗਾਣਾ ਥੋੜ੍ਹੀ ਹੈ ਵੀ ਪਾਕਿਸਤਾਨ ਦੀ ਧੁਨ 'ਤੇ ਪੰਜਾਬ ਦੇ ਕਿਸਾਨ ਨੱਚ ਲੈਣਗੇ। ਤਰਜ਼ ਨਹੀਂ ਚਾਹੀਦੀ। ਕਿਸਾਨ ਕਹਿੰਦੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰੋ। ਆ ਟਕੈਤ ਸਾਹਿਬ ਨੇ ਜਿਹੜੇ ਕਾਫੀ ਵੱਡੇ ਕਿਸਾਨ ਆਗੂ ਨੇ, ਉਹਨਾਂ ਨੇ ਸਪਸ਼ਟ ਕਿਹਾ ਤਾਂ, ਕਹਿੰਦੇ ਨਰਿੰਦਰ ਮੋਦੀ ਨੂੰ ਹੀ ਗੁੰਮਰਾਹ ਕਰੀ ਜਾਂਦੇ ਨੇ ਅਫਸਰ, ਔਰ ਨਰਿੰਦਰ ਮੋਦੀ ਤੋਂ ਉਹੋ ਜਿਹੇ ਬਿਆਨ ਦਵਾ ਰਹੇ ਨੇ ਜਿਹਦੇ ਨਾਲ ਆਮ ਲੋਕਾਂ 'ਚ ਇਹ ਸੁਨੇਹਾ ਜਾ ਰਿਹਾ ਕਿ ਨਰਿੰਦਰ ਮੋਦੀ ਕਿਸਾਨਾਂ ਲਈ ਬਹੁਤ ਕੁਝ ਕਰਨਾ ਚਾਹ ਰਹੇ ਨੇ, ਜਦਕਿ ਹਕੀਕਤ ਇਹ ਹੈ ਕਿ ਨਰਿੰਦਰ ਮੋਦੀ ਉਹਨਾਂ ਨੂੰ ਵੀ ਅਸਲ ਜ਼ਮੀਨੀ ਆંકੜੇ ਨਹੀਂ ਦਿੱਤੇ ਜਾ ਰਹੇ। ਦੇਖੋ, ਪ੍ਰਧਾਨ ਮੰਤਰੀ ਸਾਰਾ ਦਿਨ ਖੇਤੀ ਨਹੀਂ ਕਰਦਾ। ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਕਿ ਪੰਜਾਬ 'ਚ ਕਿੰਨੇ ਹੈਕਟੇਅਰ ਦੇ ਵਿੱਚ ਕਣਕ ਹੁੰਦੀ ਹੈ, ਪੰਜਾਬ 'ਚ ਕਿੰਨੇ ਹੈਕਟੇਅਰ 'ਚ ਝੋਨਾ ਹੁੰਦਾ ਹੈ। ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਹਰਿਆਣੇ 'ਚ ਕਿੰਨੇ ਹੈਕਟੇਅਰ 'ਚ ਝੋਨਾ ਹੁੰਦਾ ਹੈ, ਕਿੰਨੇ ਹੈਕਟੇਅਰ 'ਚ ਮੱਕੀ ਹੁੰਦੀ ਹੈ, ਕਿੰਨੇ ਹੈਕਟੇਅਰ 'ਚ ਸੂਰਜਮੁਖੀ ਹੁੰਦੀ ਹੈ, ਕਿੰਨੇ ਹੈਕਟੇਅਰ 'ਚ ਪੰਜਾਬ 'ਚ ਕੇਲਾ ਬੀਜਿਆ ਜਾਂਦਾ ਹੈ, ਕਿੰਨੇ ਹੈਕਟੇਅਰ 'ਚ ਗੰਨਾ ਬੀਜਿਆ ਜਾਂਦਾ ਹੈ, ਕਿੰਨੇ ਹੈਕਟੇਅਰ 'ਚ ਮੂੰਗਫਲੀ ਬੀਜੀ ਜਾਂਦੀ ਹੈ। ਪ੍ਰਧਾਨ ਮੰਤਰੀ ਨੂੰ ਨਹੀਂ ਪਤਾ, ਸਾਡੇ ਮੁਲਕ ਦੇ ਆਮ ਨਾਗਰਿਕ ਨੂੰ ਨਹੀਂ ਪਤਾ। ਇਹ ਸਿਰਫ ਪਤਾ ਹੈ ਖੇਤੀਬਾੜੀ ਮਹਿਕਮੇ ਦੇ ਅਫਸਰਾਂ ਨੂੰ ਜਾਂ ਕਿਸਾਨਾਂ ਨੂੰ ਜਿਹੜੇ ਖੇਤੀ ਕਰਦੇ ਨੇ, ਜਾਂ ਕਿਸਾਨ ਯੂਨੀਅਨ ਦੇ ਆਗੂ ਨੇ। ਇਹੀ ਡਿੱਕ ਹੈ। ਜਿਹੜੇ ਅਫਸਰ ਨੇ, ਬਹੁਤੇ ਅਫਸਰ ਨੇ ਜਿਹੜੇ, ਉਹ ਠੀਕ ਹੈ, ਉਹ ਪੜ੍ਹ ਲਿਖ ਕੇ ਅਫਸਰ ਬਣ ਗਏ, ਉਹਨਾਂ 'ਤੇ ਮਾਣ ਹੈ ਕਿ ਉਹ ਅਫਸਰ ਬਣ ਗਏ, ਪਰ ਉਹਨਾਂ ਨੇ ਵੀ ਜ਼ਮੀਨ ਨਹੀਂ ਦੇਖੀ। ਅਫਸਰ ਨੇ ਕਦੀ ਆਪਣੀ ਪੈਂਟ ਲਾ ਕੇ ਪਜਾਮਾ ਪਾ ਕੇ ਝੋਨੇ ਵਾਲੇ ਖੇਤ 'ਚ ਉਤਰਿਆ ਨਹੀਂ ਹੋਣਾ। ਅਫਸਰ ਕਦੀ ਚਮੜੇ ਦੇ ਬੂਟ ਜਿਹੜੇ ਅਫਸਰ ਪਾਉਂਦਾ ਉਹ ਝੋਨੇ ਵਾਲੇ ਖੇਤ 'ਚ 2 ਘੰਟੇ ਨਾ ਕੱਢਣ। ਇਸ ਕਰਕੇ ਅਫਸਰਾਂ ਦੇ ਆਧਾਰ 'ਤੇ ਜਦੋਂ ਸਰਕਾਰ ਕੋਈ ਫੀਡਬੈਕ ਦੁਨੀਆ ਨੂੰ ਦਿੰਦੀ ਹੈ, ਦੇਸ਼ ਦੇ ਲੋਕਾਂ ਨੂੰ ਦਿੰਦੀ ਹੈ, ਤੇ ਕਿਸਾਨ ਨੂੰ ਉਹ ਬੁਰਾ ਲੱਗ ਰਿਹਾ। ਕਿਸਾਨ ਬਾਰ-ਬਾਰ ਕਹਿ ਰਿਹਾ ਕਿ ਨਰਿੰਦਰ ਮੋਦੀ ਸਾਹਿਬ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਕਿਸਾਨਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਰਿਹਾ। ਇਹੀ ਗੱਲ ਅੱਜ ਵੀ ਦੇਖੋ, ਇਸ ਵਕਤ ਮੀਟਿੰਗ ਜਿਹੜੀ ਅੰਦਰ ਚੱਲ ਰਹੀ ਹੈ ਉਹ 'ਚ ਗਹਿਮਾ ਗਹਿਮੀ ਹੋ ਰਹੀ ਹੈ। ਪਹਿਲਾਂ ਅੱਜ ਮੰਤਰੀਆਂ ਨੇ ਅਫਸਰਾਂ ਨਾਲ ਮੀਟਿੰਗ ਕੀਤੀ,
ਅਫਸਰਾਂ ਨੇ ਜਿਹੜੀਆਂ ਗੱਲਾਂ ਮੰਤਰੀਆਂ ਨੂੰ ਦੱਸੀਆਂ ਸੀ, ਮੰਤਰੀਆਂ ਨੇ ਹੁਣ ਜ਼ਮੀਨ ਤੋਂ ਫੀਡਬੈਕ ਲਈ ਹੈ ਔਰ ਮੰਤਰੀ ਸਮਝ ਗਏ ਕਿ ਅਫਸਰੋ ਤੁਸੀਂ ਤਾਂ ਬਹੁਤ ਸਾਰੀਆਂ ਗੱਲਾਂ ਕਹਿੰਦੇ ਸੀ ਇੰਜ ਹੁੰਦੀਆਂ ਨੇ, ਪਰ ਜ਼ਮੀਨ ਤੋਂ ਰਿਪੋਰਟਾਂ ਹੋਰ ਆਉਂਦੀਆਂ ਨੇ। ਜਿਵੇਂ ਪੰਜਾਬ ਦੇ ਪਾਣੀ ਦੀ ਗੱਲ ਆ ਲਈਏ, ਹਰਿਆਣੇ ਤੇ ਪੰਜਾਬ 'ਚ ਜ਼ਮੀਨ ਹੇਠਲਾ ਪਾਣੀ ਕਿਵੇਂ ਹੇਠਾਂ ਜਾਈ ਜਾਂਦਾ। ਅਫਸਰ MSP ਤੈਅ ਕਰਦੇ ਨੇ ਪੂਰੇ ਮੁਲਕ ਦੇ ਹਿਸਾਬ ਨਾਲ। ਪੰਜਾਬ ਤੇ ਹਰਿਆਣੇ 'ਚ ਜ਼ਮੀਨ ਹੇਠੋਂ ਪਾਣੀ ਕੱਢਣ ਲਈ ਇੰਨਾ ਪੈਸਾ ਲੱਗ ਜਾਂਦਾ, ਪੰਜਾਬ ਨੂੰ ਤਾਂ MSP ਵੱਧ ਚਾਹੀਦੀ ਹੈ ਪੂਰੇ ਮੁਲਕ ਨਾਲੋਂ। ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਨੇ ਗਗਨ, ਜਿਹੜੀਆਂ ਕੇਂਦਰ ਸਰਕਾਰ ਨੂੰ ਸੋਚ ਸਮਝ ਕੇ ਫੈਸਲਾ ਕਰਨਾ ਪੈਣਾ। ਔਰ ਮੈਂ ਇਸੇ ਕਰਕੇ ਕਹਿੰਦਾ ਅੱਜ ਦੀ ਮੀਟਿੰਗ 'ਚ ਦੇਖੋ, ਕਿਸਾਨ ਸਾਡਾ ਅੰਦੋਲਨ ਤੋਂ ਨਹੀਂ ਅੱਕਦਾ। 2007 ਦੇ ਵਿੱਚ 1907 ਦੇ ਵਿੱਚ ਵੀ ਇੱਕ ਲਹਿਰ ਪੈਦਾ ਹੋਈ ਸੀਗੀ। 1907 ਦੇ ਵਿੱਚ ਭਗਤ ਸਿੰਘ ਦੇ ਪਰਿਵਾਰ, ਉਹਨਾਂ ਨੇ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ, ਜਿਹੜਾ ਉਸ ਵਕਤ ਦੇ ਬ੍ਰਿਟਿਸ਼ ਸਮਰਾਜ ਨੇ ਖੇਤੀ ਕਾਨੂੰਨ ਲਾਏ ਸੀ। ਉਹਦੇ ਵਿੱਚ ਵੀ ਕੰਟਰੈਕਟ ਫਾਰਮਿੰਗ ਵਰਗੇ ਕਾਨੂੰਨ ਸੀ ਔਰ ਪੂਰੇ ਦੇਸ਼ ਦੇ ਸਾਡੇ ਕਿਸਾਨ ਹੌਲੀ ਹੌਲੀ ਉਸ ਅੰਦੋਲਨ ਦੇ ਨਾਲ ਜੁੜ ਗਏ। ਹਾਲਾਂਕਿ ਉਹ ਅੰਦੋਲਨ ਜਿਹੜਾ ਉਹ ਬੇਗਾਨਿਆਂ ਦੇ ਖਿਲਾਫ ਸੀ, ਉਹ ਬ੍ਰਿਟਿਸ਼ ਰੂਲਰਸ ਦੇ ਖਿਲਾਫ ਸੀ, ਜਿਨ੍ਹਾਂ ਨੂੰ ਅਸੀਂ ਭਜਾਤਾ। ਕਿਸਾਨ ਪਗੜੀ ਸੰਭਾਲ ਜੱਟਾ ਲਹਿਰ ਜਿਹੜੀ ਹੈ ਉਹ ਕਿਸਾਨ ਬਿੱਲਾਂ ਦੇ ਵਿਰੋਧ 'ਚ ਪੈਦਾ ਹੋਈ ਸੀ ਔਰ ਉਸ ਤੋਂ ਬਾਅਦ ਪੂਰੇ ਮੁਲਕ ਦਾ ਕਿਸਾਨ ਆਮ ਲੋਕ ਨਾਲ ਜੁੜਦੇ ਗਏ। ਇਸ ਅੰਦੋਲਨ ਦੇ ਨਾਲ ਵੀ ਆਮ ਲੋਕ ਜੁੜ ਰਹੇ ਨੇ, ਕਿਉਂਕਿ ਹੌਲੀ ਹੌਲੀ ਆਮ ਲੋਕਾਂ ਨੂੰ ਸਮਝ ਆ ਰਿਹਾ ਗਗਨ ਕਿ ਪ੍ਰਾਈਵੇਟ ਕੰਪਨੀਆਂ ਅਗਰ ਖੇਤੀਬਾੜੀ 'ਚ ਮਨਮਰਜ਼ੀ ਕਰਨ ਲੱਗ ਗਈਆਂ। ਤੁਸੀਂ ਦੇਖੋ, ਮੈਨੂੰ ਇੱਕ ਗੱਲ ਦੱਸੋ, ਭਾਰਤ ਦੀ ਸਰਕਾਰ ਨੇ ਕਿੰਨੇ ਹਵਾਈ ਅੱਡੇ ਵੇਚਤੇ ਪ੍ਰਾਈਵੇਟ ਕੰਪਨੀਆਂ ਨੂੰ? ਸਰਕਾਰ ਤੋਂ ਹਵਾਈ ਅੱਡੇ ਕਿਉਂ ਨਹੀਂ ਚੱਲਦੇ ਜੀ? 70 ਸਾਲਾਂ ਤੋਂ ਹਵਾਈ ਅੱਡੇ ਚੱਲ ਰਹੇ ਸੀ, ਹੁਣ ਵਾਲੀ ਸਰਕਾਰ ਤੋਂ ਹਵਾਈ ਅੱਡੇ ਕਿਉਂ ਨਹੀਂ ਚੱਲੇ? ਆ BSNL ਨਹੀਂ ਚੱਲਦਾ ਸਾਡੀ ਸਰਕਾਰ ਤੋਂ। ਦੇਖੋ ਰੌਲਾ ਪਾ ਰਹੇ ਨੇ BSNL ਦੇ ਮੁਲਾਜ਼ਮ, ਧਰਨੇ ਮਾਰਦੇ ਨੇ, ਕਹਿੰਦੇ ਜੀ ਸਾਡਾ ਕੁਝ ਕਰ ਲਓ। ਕਦੀ ਸਰਕਾਰ ਨੇ ਕਿਸੇ ਮੰਚ ਤੋਂ ਅਪੀਲ ਕੀਤੀ ਹੈ ਦੇਸ਼ ਦੇ ਨਾਗਰਿਕਾਂ ਨੂੰ ਵੀ ਆਪਣਾ ਸਰਕਾਰੀ BSNL ਵਾਲਾ ਟੈਲੀਫੋਨ ਲਵਾ ਲਓ? ਮੋਦੀ ਸਾਹਿਬ ਇੱਕ ਵਾਰੀ ਸੁਨੇਹਾ ਦੇ ਦੇਣ, ਅੱਧੇ ਇੰਡੀਆ ਨੇ BSNL ਲਵਾ ਲੈਣਾ। ਆ BJP ਵਾਲੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਆ, ਕਹਿੰਦੇ BJP ਵਾਲੇ ਕਹਿੰਦੇ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਆ। ਔਰ BSNL ਦਾ ਕੀ ਕਹਿੰਦੇ ਹੁੰਦੇ ਨੇ ਜਿਹਨੂੰ ਪੰਜਾਬੀ 'ਚ, BSNL ਦਾ ਬਹੁਤ ਬੁਰਾ ਹਾਲ ਹੋਇਆ ਪਿਆ। ਪੰਜਾਬੀ 'ਚ ਬੇੜਾ ਗਰਕ ਕਹਿੰਦੇ ਨੇ। ਮੈਂ ਉਹ ਸ਼ਬਦ ਨਾ ਪੱਖੀ ਵਰਤਣਾ ਨਹੀਂ ਸੀ ਚਾਹੁੰਦਾ, ਚਲੋ ਮੈਂ ਵਰਤ ਹੀ ਲੈਣਾ। ਬੇੜਾ ਗਰਕ ਹੋਇਆ ਪਿਆ BSNL ਦਾ। ਫੋਨ ਲੋਕਾਂ ਦਾ ਖਰਾਬ ਹੋ ਜੇ, ਹਫਤਾ ਕੋਈ ਠੀਕ ਕਰਨ ਨਹੀਂ ਆਉਂਦਾ। ਮੁਲਾਜ਼ਮ ਹੜਤਾਲ ਕਰ ਰਹੇ ਨੇ, ਰਿਟਾਇਰਮੈਂਟ ਹੋ ਜਾਂਦੀ, ਨਵੀਂ ਭਰਤੀ ਨਹੀਂ ਹੁੰਦੀ। ਹੁਣ ਮੋਦੀ ਸਾਹਿਬ ਇੱਕ ਵਾਰੀ ਕਹਿ ਦੇਣ ਕਿ ਸਾਰੇ BJP ਦੇ ਕਾਰਕੁਨ BSNL ਦਾ ਟੈਲੀਫੋਨ ਲਵਾ ਲਓ, ਲੈ ਨੰਬਰ 1 ਕੰਪਨੀ BSNL ਦੀ ਬਣ ਜੇ। ਕਿਉਂ ਨਹੀਂ ਸਰਕਾਰ BSNL ਨੂੰ ਪ੍ਰਮੋਟ ਕਰ ਰਹੀ? ਇਸੇ ਦੇ ਵਿੱਚ ਹੀ ਤਾਂ ਸ਼ੰਕੇ ਖੜੇ ਹੁੰਦੇ ਨੇ, ਕਿਉਂਕਿ ਸਾਰਾ ਕੁਝ ਹੁਣ ਆਉਣ ਵਾਲੇ ਸਮੇਂ 'ਚ BSNL ਵੀ ਤੁਸੀਂ ਦੇਖ ਲਿਓ ਕਿਸੇ ਪ੍ਰਾਈਵੇਟ ਕੰਪਨੀ ਨੇ ਖਰੀਦ ਲੈਣਾ। BSNL ਭਾਰਤ ਸੰਚਾਰ ਨਿਗਮ ਲਿਮਟਿਡ ਘਾਟੇ 'ਚ ਚੱਲ ਰਿਹਾ, ਵਿਕਣ ਕੰਢੇ ਹੈ, ਇਹ ਵੇਚ ਦੇਣਾ, ਇਹ ਪ੍ਰਾਈਵੇਟ ਕਿਸੇ ਕੰਪਨੀ ਨੇ ਲੈ ਜਾਣਾ। ਇਸੇ ਤਰ੍ਹਾਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਅੱਜ FCI ਚੱਕੀ ਜਾਂਦੀ ਹੈ MSP ਦੇ ਉੱਤੇ। FCI ਆਪ ਘਾਟੇ 'ਚ ਹੈ, ਕੱਲ੍ਹ ਨੂੰ ਸਰਕਾਰ ਨੇ ਹੱਥ ਖੜੇ ਕਰ ਦੇਣੇ ਵੀ ਅਸੀਂ FCI ਵੇਚਦੇ ਹਾਂ। ਜੇ FCI ਪ੍ਰਾਈਵੇਟ ਹੱਥਾਂ ਨੂੰ ਵੇਚਤੀ ਫਿਰ MSP ਦਾ ਕੀ ਭਾਅ ਹੈ ਜੀ? ਇਸੇ ਕਰਕੇ ਕਿਸਾਨਾਂ ਨੂੰ ਡਰ ਹੈ ਕਿ ਜੇ ਸਾਰਾ ਕੁਝ ਇੱਕ ਇੱਕ ਕਰਕੇ ਪ੍ਰਾਈਵੇਟ ਹੱਥਾਂ 'ਚ ਚਲਾ ਜਾਊਗਾ ਤੇ ਸਾਡੀ ਕਣਕ ਝੋਨੇ ਨੂੰ ਮਰਜ਼ੀ ਦੇ ਰੇਟ ਤੇ ਚੱਕਣਗੇ। ਇਸੇ ਕਰਕੇ ਕਿਸਾਨ MSP ਦੇ ਕਾਨੂੰਨ ਤੇ ਅੜੇ ਨੇ ਔਰ ਅੰਦਰ ਵੀ ਅੱਜ ਕਿਸਾਨ ਇਹੀ ਚਿੰਤਾ ਦਿਖਾ ਰਹੇ ਨੇ ਕਿ ਜਾਂ ਤਾਂ ਸਾਨੂੰ MSP ਤੇ ਕਾਨੂੰਨ ਬਣਾ ਕੇ ਦਿਓ ਪੱਕਾ ਔਰ ਤਿੰਨੇ ਖੇਤੀ ਕਾਨੂੰਨ ਰੱਦ ਕਰੋ। ਇਸ ਮੰਗ ਤੋਂ ਇਲਾਵਾ ਕਿਸਾਨ ਅੰਦਰ ਮੀਟਿੰਗ 'ਚ ਹੋਰ ਕੋਈ ਦੂਜੀ ਗੱਲ ਨਹੀਂ ਕਰ ਰਹੇ। ਹਾਲਾਂਕਿ ਹੁਣ ਵੀ ਮੰਤਰੀ ਬਾਰ-ਬਾਰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਇਹ ਵੀ ਪਤਾ ਲੱਗਿਆ ਥੋੜ੍ਹੀ ਦੇਰ ਪਹਿਲਾਂ ਲੰਗਰ ਆਇਆ, ਸੋ ਲੰਗਰ ਵੀ ਸਾਰਿਆਂ ਨੇ ਛਕਿਆ, ਬੜੀ ਚੰਗੀ ਗੱਲ ਹੈ। ਲੰਗਰ ਛਕਣ ਤੋਂ ਬਾਅਦ ਵੀ ਸਾਡੇ ਮੰਤਰੀਆਂ ਨੂੰ ਜੇ ਸੋਝੀ ਆ ਜੇ ਕਿ ਅਸੀਂ ਕਿਸਾਨਾਂ ਦੇ ਹੱਕ ਦੀ ਗੱਲ ਕਰਨੀ ਹੈ ਤੇ ਬਹੁਤ ਉਹਨਾਂ ਦਾ ਧੰਨਵਾਦ ਹੋਊਗਾ। ਪਿਛਲੀਆਂ ਮੀਟਿੰਗਾਂ 'ਚ ਸਾਡੇ ਮੰਤਰੀ ਢਲੇ ਹੋਏ ਸੀ। ਇੱਕ ਆਰਡੀਨੈਂਸ ਜਿਹੜਾ ਹਜੇ ਆਉਣਾ, ਜਿਹੜਾ ਇਲੈਕਟ੍ਰਿਸਿਟੀ ਡਰਾਫਟ ਆਉਣਾ, ਚਲੋ ਮੰਨ ਗਏ ਵੀ ਅਸੀਂ ਉਹਨੂੰ ਨਹੀਂ ਲੈ ਕੇ ਆਉਂਦੇ। ਔਰ ਪਰਾਲੀ ਤੇ 1 ਕਰੋੜ ਰੁਪਏ ਜੁਰਮਾਨਾ ਸਾਡੇ ਮੁਲਕ 'ਚ, ਮੈਨੂੰ ਨਹੀਂ ਲੱਗਦਾ ਕਿ ਸਾਡੇ ਮੁਲਕ ਦੀ ਸੁਪਰੀਮ ਕੋਰਟ ਨੇ ਆਜ਼ਾਦੀ ਤੋਂ ਬਾਅਦ ਅੱਜ ਤੱਕ ਕਿਸੇ ਕ੍ਰਿਮੀਨਲ ਅਫੈਂਸ ਤੇ 1 ਕਰੋੜ ਦਾ ਜੁਰਮਾਨਾ ਲਾਇਆ ਹੋਵੇ। ਕਿਸੇ ਹੱਤਿਆ ਤੇ, ਕਿਸੇ ਰੇਪ ਤੇ, ਕਿਸੇ ਧੋਖਾਧੜੀ ਤੇ, ਕਿਸੇ ਕਤਲ ਤੇ। ਹਾਂ, ਕੋਈ ਵੱਡੇ ਲੋਕ ਹੋਣ, ਕੋਈ ਵੱਡਾ ਘੁਟਾਲਾ ਹੋਵੇ, ਉਹਦੇ 'ਚ ਜੁਰਮਾਨਾ ਲੱਗਿਆ ਹੋਵੇ, ਗੱਲ ਵੱਖਰੀ ਹੈ। ਮੈਂ ਇੱਕ ਇੰਡੀਵਿਜੂਅਲ ਦੀ ਗੱਲ ਕਰਦਾ। ਆਮ ਲੋਕ ਨੇ, ਕਿਸੇ ਨੇ ਕੋਈ ਜੁਰਮ ਕਰਤਾ, ਕਿਸੇ ਦਾ ਕੋਈ ਸਕੂਟਰ ਦਾ ਚਲਾਨ ਹੋ ਗਿਆ ਹੋਵੇ, ਕਦੀ ਕਰੋੜ ਹੋ ਗਿਆ ਹੋਵੇ, ਕਦੀ ਕਿਸੇ ਨੇ ਮਰਡਰ ਕਰਤਾ, ਉਹਨੂੰ 1 ਕਰੋੜ ਦਾ ਜੁਰਮਾਨਾ ਮੈਂ ਸੁਣਿਆ ਨਹੀਂ। ਪਰ ਪਰਾਲੀ ਸਾੜਨ ਦਾ 1 ਕਰੋੜ ਰੁਪਏ ਦਾ ਜੁਰਮਾਨਾ, ਮੈਂ ਹੈਰਾਨ ਹਾਂ। ਅਸੀਂ ਆਪਣੇ ਮੁਲਕ ਦੇ ਬਸ਼ਿੰਦਿਆਂ ਤੇ ਇਸ ਤਰੀਕੇ ਦੇ ਕਾਨੂੰਨ ਬਣਾਵਾਂਗੇ ਔਰ ਫਿਰ ਇਹ ਕਹਿੰਦੇ ਨੇ ਜੀ ਅਸੀਂ ਅਪੀਲ ਕਰਦੇ ਹਾਂ ਕਿ ਬਜ਼ੁਰਗ ਬੈਠੇ ਨੇ ਆਪਣੇ ਘਰਾਂ ਨੂੰ ਚਲੇ ਜਾਣ। ਉਹ ਭਗਤ ਸਿੰਘ ਹੈ, ਇੱਕ 80 ਸਾਲਾਂ ਦੇ ਬੇਬੇ ਬਾਪੂ, ਉਹ ਭਗਤ ਸਿੰਘ ਨੇ। ਇਹ ਮੁਲਕ ਐਵੇਂ ਨਹੀਂ ਆਜ਼ਾਦ ਕਰਾਤਾ ਸਭ ਤੋਂ ਵੱਧ ਸ਼ਹੀਦੀਆਂ ਦੇ ਕੇ ਪੰਜਾਬੀਆਂ ਨੇ।
ਇਹ ਅੱਜ ਸਮਝ ਆ ਗਿਆ ਹੋਣਾ ਹਾਕਮਾਂ ਨੂੰ ਕਿ ਇੰਨਾ ਜਜ਼ਬਾ ਤੇ ਇੰਨੇ ਜ਼ਿੱਦੀ ਨੇ ਪੰਜਾਬੀ ਆਪਣੇ ਹੱਕ ਲਈ, ਤਾਂ ਮੁਲਕ ਆਜ਼ਾਦ ਹੋਇਆ, ਨਹੀਂ ਤਾਂ ਮੁਲਕ ਕਿੱਥੇ ਆਜ਼ਾਦ ਹੋਣਾ ਸੀ। ਅਸੀਂ ਮੁਲਕ ਆਜ਼ਾਦ ਕਰਾ ਕੇ ਆਪ ਵੰਡੇ ਗਏ, ਆਪ ਸੱਟ ਖਾ ਲਈ। ਸਾਡੇ ਹਾਕਮਾਂ ਤੋਂ ਪੰਜਾਬ ਦੇ ਹੱਕ ਵੀ ਨਹੀਂ ਦਿੱਤੇ ਗਏ। ਸੋ ਇਸ ਕਰਕੇ ਹੁਣ ਜਿਹੜੇ ਕਿਸਾਨ ਨੇ ਗਗਨ, ਉਹ ਅੜੇ ਬੈਠੇ ਨੇ ਔਰ ਉਹਨਾਂ ਦਾ ਅੜੇ ਰਹਿਣਾ ਸੁਭਾਅ ਹੈ, ਕਿਉਂਕਿ ਜਦੋਂ ਉਹਨਾਂ ਨਾਲ ਨਾ ਇਨਸਾਫੀ ਹੋਊਗੀ ਸਿਆਸੀ ਤੌਰ ਤੇ ਉਹ ਅੜਨਗੇ। ਸੋ ਮੈਨੂੰ ਇਹ ਲੱਗਦਾ ਜੇ ਅੱਜ ਮੀਟਿੰਗ 'ਚ ਫੈਸਲਾ ਨਹੀਂ ਹੁੰਦਾ ਫਿਰ ਇਹ ਅੰਦੋਲਨ ਹੋਰ ਅੱਗੇ ਜਾਊਗਾ, ਫਿਰ ਇਹ ਅੰਦੋਲਨ ਰੁਕਣਾ ਨਹੀਂ ਕਿਤੇ। ਟੱਲਾ ਜੀ, ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਚਰਚਾਵਾਂ ਆ ਰਹੀਆਂ ਨੇ ਕਿ MSP ਨੂੰ ਲੈ ਕੇ ਅੱਜ ਕਾਨੂੰਨ ਸਰਕਾਰ ਬਣਾ ਸਕਦੀ ਹੈ, ਸੂਤਰਾਂ ਦੇ ਹਵਾਲੇ ਤੋਂ ਖਬਰ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨ ਆਪਣੀ ਜਿਹੜੀ ਗਤੀਵਿਧੀ ਅੱਗੇ ਵਧਾਉਣਗੇ ਜਾਂ ਰੁਕ ਸਕਦੇ ਨੇ? ਨਹੀਂ ਦੇਖੋ, ਇਹ ਤਾਂ ਸ਼ੁਰੂਆਤੀ ਮੰਗ ਹੈ ਨਾ, MSP ਤੇ ਕਾਨੂੰਨ ਤਾਂ ਮੰਗ ਹੈ, ਔਰ MSP ਤੇ ਕਾਨੂੰਨ ਅੱਜ ਨਹੀਂ 70 ਸਾਲ ਪਹਿਲਾਂ ਬਣ ਜਾਣਾ ਚਾਹੀਦਾ ਸੀ। 70 ਸਾਲ ਪਹਿਲਾਂ ਗਗਨ MSP ਤੇ ਕਾਨੂੰਨ ਬਣ ਜਾਣਾ ਚਾਹੀਦਾ ਸੀ। ਔਰ ਸਰਕਾਰ ਦੇਖੋ, ਮੈਂ ਕਈ ਦਿਨਾਂ ਦੇ ਆਪਾਂ ਖਬਰ ਪੜਤਾਲ 'ਚ ਵੀ ਜਦੋਂ ਕੱਪੜ ਛਾਣ ਕਰਦੇ ਹਾਂ, ਮੈਂ ਲਗਾਤਾਰ ਕਹਿ ਰਿਹਾ ਕਿ ਸਰਕਾਰ ਇੱਕ ਫਾਰਮੂਲਾ ਲੈ ਕੇ ਆਊਗੀ ਕਿ ਅਸੀਂ MSP ਨੂੰ ਵੱਖ-ਵੱਖ ਨਿਯਮਾਂ ਨਾਲ ਆਲੇ ਦੁਆਲੇ ਤੋਂ MSP ਨੂੰ ਅਸੀਂ ਬੰਨ੍ਹ ਦਿੰਦੇ ਹਾਂ। ਪਰ ਚਾਹੀਦਾ ਕੀ ਹੈ ਕਿ ਸਰਕਾਰ ਤੁਰੰਤ ਮੰਤਰੀ ਮੰਡਲ ਦੀ ਬੈਠਕ ਬੁਲਾਏ। ਇਸ ਮੀਟਿੰਗ ਤੋਂ ਬਾਅਦ ਮੰਤਰੀ ਸਮੂਹ ਦੀ ਬੈਠਕ ਬੁਲਾਈ ਜਾਵੇ, ਜਿਹਦੇ 'ਚ ਪ੍ਰਧਾਨ ਮੰਤਰੀ ਮੰਤਰੀ ਮੰਡਲ ਸਮੂਹ ਦੀ ਬੈਠਕ ਦੀ ਅਗਵਾਈ ਕਰਨ ਔਰ ਉਹਦੇ ਵਿੱਚ MSP ਦੇ ਉੱਤੇ ਆਰਡੀਨੈਂਸ ਲਿਆਂਦਾ ਜਾਵੇ। 6 ਮਹੀਨੇ ਦੇ ਵਿੱਚ ਕਾਨੂੰਨ ਬਣਾਇਆ ਜਾ ਸਕਦਾ ਹੈ। ਤੁਰੰਤ ਦੇਖੋ ਕਾਨੂੰਨ ਨਹੀਂ ਬਣਨਾ, ਜਾਂ ਤਾਂ 2 ਦਿਨ ਬਾਅਦ ਹੀ ਪਾਰਲੀਮੈਂਟ ਦਾ ਸੈਸ਼ਨ ਆਵੇ, ਉਸ ਤੋਂ ਪਹਿਲਾਂ ਆਰਡੀਨੈਂਸ ਲਿਆਉਣਾ ਪੈਣਾ ਹੈ। ਮੰਤਰੀ ਮੰਡਲ ਦੀ ਬੈਠਕ 'ਚ ਆਰਡੀਨੈਂਸ ਆਵੇ, ਆਰਡੀਨੈਂਸ MSP ਦਾ ਆਰਡੀਨੈਂਸ ਆ ਗਿਆ ਤੇ ਕਾਨੂੰਨ ਬਣਨ ਦਾ ਰਾਹ ਪੱਧਰਾ ਹੋ ਜਾਊਗਾ, ਤੇ ਫਿਰ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਇਹਦਾ ਕਾਨੂੰਨ ਬਣਾਉਣਾ ਪੈਣਾ ਹੈ। ਪਰ MSP ਦਾ ਕਾਨੂੰਨ ਸਾਡੇ ਮੁਲਕ 'ਚ ਬਹੁਤ ਲਾਜ਼ਮੀ ਹੈ। ਔਰ ਮੈਂ ਇੱਥੋਂ ਤੱਕ ਕਹਿ ਦਿੰਦਾ ਕਿ ਸਰਕਾਰ ਦੇ ਅਫਸਰਾਂ ਤੋਂ ਅਗਰ ਨਹੀਂ ਬਣਦਾ MSP ਦਾ ਕਾਨੂੰਨ, ਤੇ ਸਰਕਾਰ MSP ਦਾ ਕਾਨੂੰਨ ਕਿਸੇ ਪ੍ਰਾਈਵੇਟ ਅਦਾਰੇ ਨੂੰ ਦੇ ਦੇ ਵੀ ਤੁਸੀਂ ਸਾਨੂੰ ਕਾਨੂੰਨ ਬਣਾ ਕੇ ਦੇ ਦਿਓ। ਪ੍ਰਾਈਵੇਟ ਅਦਾਰੇ ਵੱਡੇ ਇੰਜੀਨੀਅਰ ਕਾਨੂੰਨ ਬਣਾ ਕੇ ਦੇ ਦੇਣਗੇ MSP ਦਾ ਸਰਕਾਰ ਨੂੰ, ਔਰ ਸਰਕਾਰ ਆਰਾਮ ਨਾਲ MSP ਦਾ ਕਾਨੂੰਨ ਬਣਾ ਕੇ 23 ਫਸਲਾਂ ਨੂੰ ਚੱਕ ਸਕਦੀ ਹੈ ਸਾਡੇ ਮੁਲਕ 'ਚੋਂ। ਤੁਸੀਂ ਮੈਨੂੰ ਇਹ ਗੱਲ ਦੱਸੋ, ਸਰਕਾਰ ਨੂੰ ਪਾਰਲੀਮੈਂਟ ਨਵੀਂ ਬਣ ਸਕਦੀ ਹੈ, ਸਰਕਾਰ ਪਾਰਲੀਮੈਂਟ ਨਵੀਂ ਬਣਾ ਸਕਦੀ ਹੈ, ਸਰਕਾਰ ਵੱਡੀ ਉਹ ਦੇਖੋ ਕਿੱਡੀ ਕਹਿੰਦੇ ਉਹ ਚੀਨ ਤੋਂ ਲਵਾਈ ਮੂਰਤੀ, ਸਰਕਾਰ ਐਡੀ ਵੱਡੀ ਮੂਰਤੀ ਲਵਾ ਸਕਦੀ ਹੈ। 23 ਫਸਲਾਂ ਦੀ MSP ਦੀ ਕੀ ਦਿੱਕਤ ਹੈ ਜੀ? ਤੁਸੀਂ ਮੈਨੂੰ ਦੱਸੋ ਕੀ ਨਹੀਂ ਹੋ ਸਕਦਾ? ਮੈਂ ਕਹਿੰਦਾ ਇਹ ਕਾਨੂੰਨ ਕਹਿੰਦੇ ਆ ਨਾ ਵੀ ਸਰਕਾਰ ਤੋਂ ਕਾਨੂੰਨ ਨਹੀਂ ਬਣ ਰਿਹਾ, ਸਰਕਾਰ ਕਿਸੇ ਪ੍ਰਾਈਵੇਟ ਅਦਾਰੇ ਨੂੰ ਦੇ ਦੇ, ਪ੍ਰਾਈਵੇਟ ਅਦਾਰੇ ਦੇ ਇੰਜੀਨੀਅਰ, ਖੇਤੀਬਾੜੀ ਦੇ ਇੰਜੀਨੀਅਰ, ਉਹ ਕਾਨੂੰਨ ਬਣਾ ਕੇ ਦੇ ਦੇਣਗੇ MSP ਦਾ, ਵੀ ਇਸ ਤਰ੍ਹਾਂ ਕਾਨੂੰਨ ਬਣੂਗਾ ਜੀ MSP ਦਾ। ਇਹਦੇ 'ਚ ਕੁਝ ਔਖਾ ਨਹੀਂ, ਇਹਦੇ 'ਚ ਕੁਝ ਔਖਾ ਨਹੀਂ। ਅਨਪੜ੍ਹ ਬੰਦੇ ਸਾਡੇ ਮੁਲਕ 'ਚ, ਅਨਪੜ੍ਹ ਬੰਦੇ ਐਡੀਆਂ ਵੱਡੀਆਂ ਫੈਕਟਰੀਆਂ ਚਲਾਈ ਜਾਂਦੇ ਨੇ, ਤੇ ਉਹ ਕਿਵੇਂ ਕੰਮ ਕਰਦੇ ਨੇ? ਸਰਕਾਰ ਤੋਂ 23 ਫਸਲਾਂ ਦੀ MSP ਦਾ ਕਾਨੂੰਨ ਨਹੀਂ ਬਣਦਾ। ਕਾਨੂੰਨ ਵੀ ਬਣ ਸਕਦਾ ਹੈ, ਫਸਲਾਂ ਚੱਕੀਆਂ ਵੀ ਜਾ ਸਕਦੀਆਂ ਨੇ ਸਰਕਾਰੀ ਤੌਰ ਤੇ, ਔਰ ਸਰਕਾਰ ਚੱਕ ਕੇ ਜਿੱਥੇ ਮਰਜ਼ੀ ਵੇਚ ਦੇ। ਤੁਸੀਂ ਮੈਨੂੰ ਦੱਸੋ ਜੀ, ਜਿਹੜੀ ਫਸਲ ਹੈ ਗਗਨ, ਉਹ ਗਿੱਲੀ ਲੱਕੜ ਹੈ ਵੀ ਅਸੀਂ ਧੁੱਪ ਦਾ ਇੰਤਜ਼ਾਰ ਕਰਾਂਗੇ ਵੀ ਧੁੱਪ ਆਊਗੀ, ਲੱਕੜ ਸੁੱਕੂਗੀ, ਫਿਰ ਅਸੀਂ ਲੱਕੜ ਵੇਚਾਂਗੇ? ਅਨਾਜ ਹੈ 23 ਫਸਲਾਂ, ਅਨਾਜ ਸ਼ਾਮ ਨੂੰ 2 ਫੁਲਕੇ ਨਾ ਮਿਲਣ ਤੇ ਬੰਦੇ ਦਾ ਧੂੰਆਂ ਨਿਕਲ ਜਾਂਦਾ ਜੀ। ਅਨਾਜ ਵੀ ਕਦੀ ਹੋ ਸਕਦਾ ਤੁਹਾਨੂੰ ਕਿ ਨਾ ਵਿਕੇ, ਸਰਕਾਰ ਅਨਾਜ ਚੱਕੇ ਤੇ ਉਹ ਨਾ ਵਿਕੇ, ਇਹ ਅਸੰਭਵ ਗੱਲਾਂ ਨੇ। ਸਰਕਾਰ ਇਸ ਪਾਸੇ ਸੋਚ ਨਹੀਂ ਰਹੀ। ਸਰਕਾਰ ਦੀ ਸੋਚ ਕਾਹਦੀ ਆ ਵੀ ਸਾਡੀਆਂ ਗੱਡੀਆਂ ਨਵੀਆਂ ਆ ਜਾਣ, ਗੱਡੀਆਂ ਲਿਸ਼ਕਦੀਆਂ ਹੋਣ, ਸਵੇਰੇ ਉੱਠਦੇ ਹੀ ਗੱਡੀਆਂ ਤੇ ਕੱਪੜੇ ਵੱਜਦੇ ਹੋਣ, ਟਾਇਰ ਧੋਤੇ ਜਾਂਦੇ ਹੋਣ, ਜਿਵੇਂ ਅਸੀਂ ਬੂਟ ਪਾਲਿਸ਼ ਕਰਦੇ ਹਾਂ ਨਾ ਸਕੂਲ ਜਾਣ ਵੇਲੇ, ਟਾਇਰ ਗੱਡੀਆਂ ਦੇ ਪਾਲਿਸ਼ ਹੋਏ ਹੋਣ, ਹੈ ਜੀ, ਗੱਡੀਆਂ ਦੇ ਅੰਦਰ ਖੁਸ਼ਬੂ ਵਾਲੀਆਂ ਸ਼ੀਸ਼ੀਆਂ ਪਈਆਂ ਹੋਣ, ਤੇ ਬਾਹਰ ਨਿਕਲੀਏ ਤੇ ਐ ਕੁੜਤਾ ਪਜਾਮਾ ਸਾਡਾ ਪੋਂਚਵਾਂ ਸਿੱਧਾ ਜਾ ਕਰਕੇ ਅਸੀਂ ਛਾਤੀ ਤਾਣ ਕੇ ਅੱਗੇ ਜਾਂਦੇ ਹੋਈਏ। ਸਰਕਾਰ ਆ ਚਾਹੁੰਦੀ ਹੈ, ਸਰਕਾਰ 23 ਫਸਲਾਂ ਦਾ ਕਾਨੂੰਨ ਬਣਾ ਕੇ ਫਸਲਾਂ ਚੱਕ ਸਕਦੀ ਹੈ। ਫਸਲਾਂ ਸਰਕਾਰ ਚੱਕ ਕੇ ਪ੍ਰਾਈਵੇਟ ਮੰਡੀ 'ਚ ਵੇਚਦੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਇਸ ਕਰਕੇ ਕਾਨੂੰਨ ਜ਼ਰੂਰੀ ਹੈ MSP ਦਾ, ਔਰ ਇਹ ਕਾਨੂੰਨ ਅਲਟੀਮੇਟਲੀ ਪਹਿਲਾਂ ਬਣ ਜਾਣਾ ਚਾਹੀਦਾ ਸੀ। ਇਹ ਤਾਂ ਸਾਡੇ ਕਿਸਾਨ ਦੇਰ ਨਾਲ ਜਾਗੇ, ਸਾਡਾ ਕਿਸਾਨ ਦੇਰ ਨਾਲ ਜਾਗਿਆ, ਔਰ ਕਿਸਾਨ ਸਾਡਾ ਜਲਦੀ ਜਾਗ ਜਾਣਾ ਸੀ ਜੇ ਗੋਦੀ ਮੀਡੀਆ ਤੋਂ ਛੁਟਕਾਰਾ ਮਿਲਿਆ ਹੁੰਦਾ ਸਾਡਾ। ਇੱਕ ਤਾਂ ਜਿਹੜੇ ਆ ਗੋਦੀ 'ਚ ਛੜੱਪਾ ਮਾਰ ਕੇ ਬਹਿ ਜਾਂਦੇ ਆ ਨਾ, ਇਹ ਬੜਾ ਨੁਕਸਾਨ ਕਰਦੇ ਆ। ਤੇ ਡੱਲਾ ਜੀ, ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਜਦੋਂ ਮੀਟਿੰਗ ਦੇ ਵਿੱਚ ਅੰਦਰ ਗਏ ਨੇ, ਉਹਨਾਂ ਦਾ ਕਹਿਣਾ ਸੀ ਕਿ ਹਜੇ 2-4 ਮੀਟਿੰਗਾਂ ਹੋਰ ਹੋ ਸਕਦੀਆਂ ਨੇ। ਅੱਜ ਦੀ ਮੀਟਿੰਗ ਸਰਕਾਰ ਮੰਨਦੀ ਦਿਖਾਈ ਦੇ ਰਹੀ ਹੈ। ਜੇ ਅਸੀਂ ਰੋਜ਼ ਦੀ ਔਸਤਨ ਕੱਢੀਏ ਤਾਂ ਰੋਜ਼ ਦੇ 2 ਕਿਸਾਨਾਂ ਦੀ ਜਿਹੜੀ ਮੌਤ ਉੱਥੇ ਹੋ ਰਹੀ ਹੈ। ਜੇ ਇਸੇ ਤਰ੍ਹਾਂ 2-4 ਮੀਟਿੰਗਾਂ ਹੋਰ ਵੱਧਦੀਆਂ ਹਰ ਰੋਜ਼, ਮਤਲਬ ਕਿ ਹੋਰ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਨੇ ਜਾਂ ਬਾਹਰ ਦੇ ਕਿਸਾਨ, ਉਹਨੂੰ ਜਾਨਾਂ ਜਾਣਗੀਆਂ। ਸਰਕਾਰ ਸ਼ਹੀਦ ਹੋ ਰਹੇ ਨੇ, ਹਾਲਾਂਕਿ ਅੱਜ ਸ਼ਰਧਾਂਜਲੀ ਵੀ ਦਿੱਤੀ। ਦੇਖੋ ਅੱਜ ਕਿਸਾਨਾਂ ਨੇ ਵੀ ਸ਼ਰਧਾਂਜਲੀ ਦਿੱਤੀ ਮੀਟਿੰਗ 'ਚ, ਮੰਤਰੀ ਵੀ ਖੜੇ ਹੋਏ ਆਪਣੀਆਂ ਸੀਟਾਂ ਤੋਂ ਸ਼ਰਧਾਂਜਲੀ ਦਿੱਤੀ। ਅੱਜ ਮੰਤਰੀਆਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਸ਼ਹੀਦ ਹੋਏ ਨੇ ਉਹ ਵੀ ਭਗਤ ਸਿੰਘ ਨੇ। ਆ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਨੇ, ਸਾਡੇ ਬਜ਼ੁਰਗ ਬਾਬੇ ਮਾਤਾਵਾਂ, ਜਿਹੜੇ ਠੰਡ ਲੱਗ ਗਈ ਕਿਸੇ ਨੂੰ ਹਾਰਟ ਅਟੈਕ ਹੋ ਗਿਆ, ਕਿਸੇ ਨੇ ਆਪਣੇ ਆਪ ਨੂੰ ਇਸ ਅੰਦੋਲਨ ਦੇ ਵਿੱਚ
ਦੁਨੀਆ ਤੋਂ ਆਪਣੇ ਹੱਥੋਂ ਆਪਣੀ ਜਾਨ ਲੈ ਲਈ, ਉਹ ਵੀ ਭਗਤ ਸਿੰਘ ਨੇ। ਅੱਜ ਸਰਕਾਰ ਨੂੰ ਪਤਾ ਲੱਗ ਗਿਆ ਵੀ ਇਹ ਭਗਤ ਸਿੰਘ ਦੇ ਜਜ਼ਬੇ ਵਾਲੇ ਲੋਕ ਨੇ, ਇਕੱਲਾ ਇਕੱਲਾ ਭਗਤ ਸਿੰਘ ਹੈ ਇਹਨਾਂ ਦੇ ਵਿੱਚੋਂ। ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਹੈ ਨਾ ਜੀ, ਇਹ ਉਹ ਸਾਰੇ ਨੇ। ਇਸੇ ਕਰਕੇ ਤਾਂ ਅੱਜ ਸਰਕਾਰ ਨੇ ਸ਼ਰਧਾਂਜਲੀ ਦਿੱਤੀ ਨਾ, ਨਹੀਂ ਤਾਂ ਇਹਨਾਂ ਦੇ ਕਈ ਲੀਡਰ ਸੀ, ਇਹਨਾਂ ਦੇ ਕਹਿੰਦੇ ਸੀ ਇਹਨਾਂ 'ਚ ਅੱਤਵਾਦੀ ਬੈਠੇ ਨੇ, ਇਹਨਾਂ 'ਚ ਖਾਲਿਸਤਾਨੀ ਬੈਠੇ ਨੇ, ਹੈ ਜੀ। ਸੋ ਜਿਹੜੇ ਲੋਕਾਂ ਨੂੰ ਇਹੀ ਨਹੀਂ ਪਤਾ ਕਿ ਉਹ ਕੌਮ ਬੈਠੀ ਹੈ ਧਰਨੇ ਤੇ ਜਿਹਨੇ ਇਸ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ। ਸੋ ਕਿਸਾਨਾਂ ਤੇ ਸਰਕਾਰ ਦੇ ਵਿਚਕਾਰ ਮੀਟਿੰਗ ਜਿਹੜੀ ਲਗਾਤਾਰ ਜਾਰੀ ਹੈ, ਇਸ ਮੀਟਿੰਗ ਦਾ ਹੋ ਸਕਦਾ ਕਿ ਇਸ ਮੀਟਿੰਗ ਨੂੰ ਥੋੜਾ ਲੰਬਾ ਦੌਰ ਚੱਲ ਜਾਵੇ। ਅੱਜ ਦੀ ਇਹ ਮੀਟਿੰਗ ਰਾਤ ਦੇ 11 ਵਜੇ ਵੀ ਮੁੱਕ ਸਕਦੀ ਹੈ, 8 ਵਜੇ ਤੱਕ ਵੀ ਮੁੱਕ ਸਕਦੀ ਹੈ, ਤੇ ਜਦੋਂ ਵੀ ਇਹ ਮੀਟਿੰਗ ਮੁੱਕਦੀ ਹੈ ਅਗਲੇ ਪ੍ਰੋਗਰਾਮ ਖਬਰ ਪੜਤਾਲ ਦੇ ਵਿੱਚ ਤੁਹਾਡੇ ਨਾਲ ਫਿਰ ਜੁੜਾਂਗੇ ਤੇ ਪਲ ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਅੱਜ ਕਿਸਾਨਾਂ ਨੂੰ ਕਿੱਥੋਂ ਤੱਕ ਸਰਕਾਰ ਕਿਸਾਨਾਂ ਦੇ ਲਈ ਅੱਗੇ ਵਧੀ ਹੈ ਤੇ ਕਿਸਾਨਾਂ ਦੀਆਂ ਅਗਲੀਆਂ ਜੋ ਕਾਰਵਾਈਆਂ ਨੂੰ ਕਿਸ ਤਰ੍ਹਾਂ ਅੱਗੇ ਵਧਣਗੀਆਂ। ਫਿਲਹਾਲ ਤੁਹਾਡੇ ਤੋਂ ਇਜਾਜ਼ਤ ਲਵਾਂਗੇ, ਬਹੁਤ ਬਹੁਤ ਧੰਨਵਾਦ।